गल संयुक्त किसान मोर्चे चली थी कि राजनीति च आउणा चाहीदा नहीं आउणा चाहीदा भी असीं बीजेपी का विरोध करांगे जी। तो गुरनाम सिंह चड़ूनी उस तो बाद लगातार हुण राजनीति च आए गए जदों हलका इंचार्ज लगा रहे। तुहानूं की लगदा भी राजनीति च किसान आगूआं नूं आउणा चाहीदा? जे किसान इलैक्शनां लड़नगे, देश दे विच अपनी सरकार बनाउणगे, कलम हੱਥ ਦੇ ਵਿੱਚ ਆਊਗੀ, MLA MP ਆਪਣੇ ਹੋਣਗੇ ਤਾਂ ਸਾਰਾ ਕੁਝ ਆਪਣੇ ਹੱਥ ਵਿੱਚ ਆ ਜਾਏ। ਮਨ ਦੀ ਇੱਛਾ ਵੀ ਇਹ ਇਲੈਕਸ਼ਨ ਲੜਨ ਤਾਂ ਕਿ ਜਿਹੜੇ ਵੱਡੇ ਲੀਡਰ ਨੇ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ। ਜੋ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਜਿੰਨਾ ਕਰਕੇ ਉੱਥੇ ਬੈਠੇ ਨੇ, ਇਹਨਾਂ ਨੂੰ ਕੀ ਲੋੜ ਪਈ ਸੀ ਦਿੱਲੀ ਜਾਣ ਦੀ। ਜੇ ਜ਼ਮੀਨ ਬਚਾਉਣੀ ਆ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤੇ ਸਾਰੀਆਂ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰਦਾਗਾ, ਇਹ ਮੇਰੀ ਨਿੱਜੀ ਰਾਏ ਹੈਗੀ ਵੀ ਇਕੱਠੇ ਹੋਵੋ, ਇਕੱਠੇ ਹੋ ਕੇ ਰਲ ਕੇ ਲੜਾਈ ਲੜੋ। ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਤੁਸੀਂ ਕਾਂਗਰਸ ਪਾਰਟੀ ਨਾਲ ਟੱਚ ਸੀ, ਕਾਂਗਰਸ ਪਾਰਟੀ 'ਚ ਹੈਗੇ ਸੀ, ਉਹਨਾਂ ਦੀ ਰੈਲੀਆਂ 'ਚ ਵੀ ਦੇਖਣ ਨੂੰ ਤੁਸੀਂ ਮਿਲਿਓ। ਕੀ ਲੱਗਦਾ ਤੁਹਾਨੂੰ ਹੁਣ ਕਾਂਗਰਸ ਪਾਰਟੀ ਤੁਸੀਂ ਛੱਡ ਕੇ ਜੇ ਇੱਧਰੋਂ ਚੜੂਨੀ ਸਾਹਿਬ ਦੀ ਪਾਰਟੀ ਬਣਦੀ ਆ ਤਾਂ ਸਾਥ ਦੇਵੋਗੇ ਉਹਨਾਂ ਦੀ ਪਾਰਟੀ ਤੋਂ ਪਹਿਲਾਂ ਹੀ ਮੈਂ ਜ਼ਿਮੀਂਦਾਰ ਹਾਂ। ਮੈਂ ਸਾਰੇ ਪਾਰਟੀਆਂ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ, ਪਹਿਲਾਂ ਤੁਸੀਂ ਜ਼ਿਮੀਂਦਾਰ ਹੋ, ਉਸ ਤੋਂ ਬਾਅਦ ਇਹ ਪਾਰਟੀਆਂ ਨੇ। ਇਹੀ ਪਾਰਟੀਆਂ ਕਰਕੇ ਤੁਸੀਂ ਦਿੱਲੀ ਗਏ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਭਾਰਤੀ ਕਿਸਾਨ ਜਥੇਬੰਦੀਆਂ ਦੇ ਧਰਨੇ ਪ੍ਰਦਰਸ਼ਨ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਜਾਰੀ ਨੇ। 26 ਨਵੰਬਰ ਨੂੰ ਪੂਰਾ 1 ਸਾਲ ਹੋ ਜਾਣਾ ਜਦੋਂ ਕਿਸਾਨਾਂ ਨੇ ਹਰਿਆਣੇ ਦੇ ਬੈਰੀਗੇਡਿੰਗ ਤੋੜੀ, ਹਰਿਆਣਾ ਬਾਰਡਰਾਂ ਤੋਂ ਅੱਗੇ ਵਧੇ ਅਤੇ ਟਿਕਰੀ ਬਾਰਡਰ ਤੇ ਪਹੁੰਚੇ, ਉਧਰ ਸਿੰਘੂ ਬਾਰਡਰ ਤੇ ਪਹੁੰਚੇ। ਕਿਤੇ ਨਾ ਕਿਤੇ ਪਿਛਲੇ ਸਾਲ 26 ਨਵੰਬਰ ਨੂੰ ਇੱਕ ਵੱਡਾ ਸੰਘਰਸ਼ ਕਰਕੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪਹੁੰਚੇ ਸਨ। ਉਹ ਦਿਨ ਆਉਣ ਵਾਲੇ ਨੇ। ਕੁਝ ਦਿਨਾਂ ਵਿੱਚ 1 ਸਾਲ ਪੂਰਾ ਹੋ ਜਾਣਾ ਜਦੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠ ਚੁੱਕੇ ਸਨ ਅਤੇ ਲਗਾਤਾਰ 1 ਸਾਲ ਹੋਣ ਤੋਂ ਬਾਅਦ ਪਰ ਹੁਣ ਤੱਕ ਜੇ ਗੱਲ ਕਰੀਏ ਤਾਂ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ, ਕੋਈ ਹੱਲ ਨਹੀਂ ਨਿਕਲਿਆ। ਮੀਟਿੰਗਾਂ ਚਾਹੇ 11 ਹੋ ਚੁੱਕੀਆਂ ਨੇ ਪਰ ਉਸ ਤੋਂ ਬਾਅਦ ਖੇਤੀ ਮੰਤਰੀ ਚੁੱਪਚਾਪ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪਚਾਪ ਨੇ। ਉਸ ਤੋਂ ਬਾਅਦ ਇਹ ਵੀ ਦੇਖਣ ਨੂੰ ਮਿਲ ਰਿਹਾ ਸੀ ਕਿ ਹੋ ਸਕਦਾ ਭਾਰਤੀ ਕਿਸਾਨ ਜਥੇਬੰਦੀਆਂ ਇਲੈਕਸ਼ਨ 'ਚ ਜਾਂ ਰਾਜਨੀਤੀ 'ਚ ਉਤਰਨ, ਕਿਉਂਕਿ ਪਾਰਟੀ ਕੋਈ ਬਣਾ ਸਕਦੇ ਨੇ। ਐਵੇਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸੀ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਨਹੀਂ, ਰਾਜਨੀਤੀ 'ਚ ਨਹੀਂ ਆਉਂਦੇ, ਪਹਿਲਾਂ ਅਸੀਂ ਮਸਲੇ ਹੱਲ ਕਰਵਾਵਾਂਗੇ, ਪਹਿਲਾਂ ਖੇਤੀ ਕਾਨੂੰਨ ਰੱਦ ਕਰਵਾਵਾਂਗੇ। ਪਰ ਜੇ ਗੱਲ ਕਰੀਏ ਗੁਰਨਾਮ ਸਿੰਘ ਚੜੂਨੀ ਦੀ, ਜੋ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਨੇ ਅਤੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਰਹੇ ਨੇ, ਭਾਰਤੀ ਕਿਸਾਨ ਯੂਨੀਅਨ ਮਿਸ਼ਨ 2022 ਦੇ ਤਹਿਤ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਨੇ, ਰੈਲੀਆਂ ਕਰ ਰਹੇ ਨੇ ਅਤੇ ਐਲਾਨ ਕਰ ਰਹੇ ਨੇ ਹਲਕਾ ਇੰਚਾਰਜਾਂ ਦਾ। ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ, ਪਿਛਲੇ ਕੁਝ ਦਿਨ ਪਹਿਲਾਂ ਹਲਕਾ ਸਮਾਣਾ ਤੋਂ ਹਲਕਾ ਇੰਚਾਰਜ ਲਗਾਏ ਗਏ, ਹਲਕਾ ਇੰਚਾਰਜ ਇੱਕ ਅੰਮ੍ਰਿਤਸਰ ਤੋਂ ਲਗਾਏ ਗਏ ਨੇ। ਸੋ ਲਗਾਤਾਰ ਹਲਕਾ ਇੰਚਾਰਜ ਲਾ ਰਹੇ ਨੇ। ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਗੁਰਨਾਮ ਸਿੰਘ ਚੜੂਨੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ 23 ਨਵੰਬਰ ਨੂੰ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਆ। ਮਿਸ਼ਨ 2022 ਦੇ ਤਹਿਤ ਇਹ ਰੈਲੀ ਆ। ਉਹ ਰੈਲੀ ਦੇ ਜੋ ਪ੍ਰਬੰਧ ਕਰ ਰਹੇ ਨੇ ਉਹ ਕਰ ਰਹੇ ਨੇ ਇੱਥੋਂ ਦੇ ਸਮਾਜ ਸੇਵਕ, ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਸਮਾਜ ਸੇਵਕ ਨੇ ਮਿੰਟੂ ਤੂਰ, ਉਹ ਸਾਰੇ ਪ੍ਰਬੰਧ ਕਰ ਰਹੇ ਨੇ, ਸਾਡੇ ਨਾਲ ਮੌਜੂਦ ਨੇ। ਕਰਦੇ ਹਾਂ ਗੱਲਬਾਤ। ਤੂਰ ਸਾਹਿਬ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। 23 ਨਵੰਬਰ ਨੂੰ ਜੋ ਭਵਾਨੀਗੜ੍ਹ 'ਚ ਰੈਲੀ ਹੋ ਰਹੀ ਆ, ਕਿਸ ਤਰ੍ਹਾਂ ਦੀ ਰੈਲੀ ਆ ਤੇ ਕੌਣ-ਕੌਣ ਪਹੁੰਚ ਰਹੇ ਨੇ, ਕਿੰਨੀ ਕੁ ਵੱਡੀ ਰੈਲੀ ਹੋਣ ਵਾਲੀ ਹੈ? ਇਹ ਗੁਰਨਾਮ ਸਿੰਘ ਚੜੂਨੀ ਜੀ ਮਹਾਂ ਪੰਚਾਇਤ ਕਰਨ, ਉਹਨਾਂ ਦੀ ਅਗਵਾਈ ਵਿੱਚ ਇਹ ਰੈਲੀ ਹੋ ਰਹੀ ਆ। ਠੀਕ ਹੈ। ਉਹ ਆ ਰਹੇ ਨੇ ਮਹਾਂ ਪੰਚਾਇਤ ਕਰਨ। ਠੀਕ ਹੈ। ਮਹਾਂ ਪੰਚਾਇਤਾਂ ਪਹਿਲਾਂ ਵੀ ਕਰ ਰਹੇ ਨੇ, ਪੂਰੇ ਦੇਸ਼ 'ਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ। ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਵੀ ਮਹਾਂ ਪੰਚਾਇਤਾਂ ਹੋ ਰਹੀਆਂ ਨੇ। ਇਹ ਵੀ ਵੱਡੀ ਮਹਾਂ ਪੰਚਾਇਤ ਹੋਣੀ ਆ, ਜਿਵੇਂ ਇੱਕ ਪਾਰਟੀ ਵੀ ਗੁਰਨਾਮ ਸਿੰਘ ਚੜੂਨੀ ਨੇ ਬਣਾਈ ਆ। ਇਹ ਮਹਾਂ ਰੈਲੀ ਦੇ ਵਿੱਚ ਜੋ ਮਹਾਂ ਪੰਚਾਇਤ ਆ, ਜਿਵੇਂ ਹੋਰ ਹਲਕਾ ਇੰਚਾਰਜ ਉਹਨਾਂ ਨੇ ਨਿਯੁਕਤ ਕੀਤੇ ਨੇ, ਕੋਈ ਹਲਕਾ ਇੰਚਾਰਜ ਨਿਯੁਕਤ ਕਰਨ ਆ ਰਹੇ ਨੇ ਜਾਂ ਕੋਈ ਹੋਰ ਸੰਦੇਸ਼ ਦੇਣ ਆ ਰਹੇ ਨੇ ਇੱਥੇ? ਜਿਵੇਂ ਕਿ ਕਿਸਾਨ 1 ਸਾਲ ਤੋਂ ਦਿੱਲੀ ਬੈਠੇ ਨੇ, ਨੇਰੀਆਂ ਝੱਖੜ ਸਾਰਾ ਕੁਛ ਸਿਆ ਉਹਨਾਂ ਨੇ। ਉਹਨਾਂ ਦੀ ਹੌਸਲਾ ਅਫਜ਼ਾਈ ਲਈ ਟੋਲਾਂ ਤੇ ਬੈਠੇ ਨੇ, ਉਹਨਾਂ ਨੂੰ ਇੱਥੇ ਇਕੱਠੇ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਉਹ ਪਹੁੰਚ ਰਹੇ ਨੇਗੇ ਜੀ। ਠੀਕ ਹੈ। ਜਿਵੇਂ ਪਹਿਲਾਂ ਤੋਂ ਕਿਹਾ ਜਾ ਰਿਹਾ ਸੀ ਤੂਰ ਸਾਹਿਬ, ਜਿਵੇਂ ਗੱਲ ਸੰਯੁਕਤ ਕਿਸਾਨ ਮੋਰਚੇ 'ਚ ਚੱਲੀ ਸੀ ਕਿ ਰਾਜਨੀਤੀ 'ਚ ਆਉਣਾ ਚਾਹੀਦਾ, ਨਹੀਂ ਆਉਣਾ ਚਾਹੀਦਾ ਵੀ ਅਸੀਂ BJP ਦਾ ਵਿਰੋਧ ਕਰਾਂਗੇ ਜੀ। ਤੇ ਗੁਰਨਾਮ ਸਿੰਘ ਚੜੂਨੀ ਉਸ ਤੋਂ ਬਾਅਦ ਲਗਾਤਾਰ ਹੁਣ ਰਾਜਨੀਤੀ 'ਚ ਆਏ ਗਏ ਜਦੋਂ ਹਲਕਾ ਇੰਚਾਰਜ ਲਗਾ ਰਹੇ ਨੇ। ਤੁਹਾਨੂੰ ਕੀ ਲੱਗਦਾ ਵੀ ਰਾਜਨੀਤੀ 'ਚ ਕਿਸਾਨ ਆਗੂਆਂ ਨੂੰ ਆਉਣਾ ਚਾਹੀਦਾ? ਹਾਂਜੀ, ਆਉਣਾ ਚਾਹੀਦਾ। ਮੇਰੀ ਪਹਿਲਾਂ ਵੀ ਨਿੱਜੀ ਰਾਏ ਸੀ ਵੀ ਆਉਣਾ ਚਾਹੀਦਾ ਗਾ। ਜਦੋਂ 1 ਸਾਲ ਤੋਂ ਕੁਝ ਨਹੀਂ ਬਣ ਰਿਹਾ ਤਾਂ ਫਿਰ ਕੋਈ ਹੱਲ ਵੀ ਨਹੀਂ ਹੈਗਾ ਜੀ, ਆਉਣਾ ਚਾਹੀਦਾ। ਠੀਕ ਹੈ। ਅੱਛਾ, ਬਾਕੀ ਕਿਵੇਂ ਲੱਗਦਾ ਤੁਹਾਨੂੰ, ਜਿਵੇਂ ਗੱਲਬਾਤ ਆਪਾਂ ਕਰੀਏ, ਕੇਂਦਰ ਸਰਕਾਰ ਚੁੱਪਚਾਪ ਆ, ਕਿਸਾਨ ਅੰਦੋਲਨ ਨੂੰ ਚੱਲਦਿਆਂ ਨੂੰ 1 ਸਾਲ ਹੋ ਗਿਆ, ਤੇ ਕਿਵੇਂ ਲੱਗਦਾ ਤੁਹਾਨੂੰ ਸਰਕਾਰ ਚੁੱਪਚਾਪ ਹੋਣ ਦੇ ਬਾਵਜੂਦ ਕਿਵੇਂ ਖੇਤੀ ਕਾਨੂੰਨ ਰੱਦ ਨਹੀਂ ਹੋ ਰਹੇ, ਕਿ ਸਰਕਾਰ ਨੂੰ ਕਿਵੇਂ ਦੱਬਿਆ ਜਾ ਸਕਦਾ, ਕਿਵੇਂ ਸਰਕਾਰ ਤੇ ਪ੍ਰਭਾਵ ਬਣਾਇਆ ਜਾ ਸਕਦਾ?
ਜੇ ਕਿਸਾਨ ਇਲੈਕਸ਼ਨਾਂ ਲੜਨਗੇ, ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਾਉਣਗੇ, ਕਲਮ ਹੱਥ ਦੇ ਵਿੱਚ ਆਊਗੀ, ਐਮਐਲਏ ਐਮਪੀ ਆਪਣੇ ਹੋਣਗੇ, ਤਾਂ ਸਾਰਾ ਕੁਝ ਆਪਣੇ ਹੱਥ ਵਿੱਚ ਆ ਜਾਊਗਾ। ਮੇਰੀ ਨਿੱਜੀ ਰਾਏ ਵੀ ਹੈ, ਇਹਨਾਂ ਨੂੰ ਜ਼ਰੂਰ ਲੜਨਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ। ਹਾਂਜੀ, ਤੇ ਮਿਸ਼ਨ ਇਹ 2022 ਚੜੂਨੀ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਜੀ। ਹਾਂਜੀ, ਬਿਲਕੁਲ। ਜਿਵੇਂ ਆਪਾਂ ਗੱਲ ਕਰੀਏ, ਜੇ ਅਲਟਰਨੇਟਿਵ ਦੀ ਗੱਲ ਕਰੀਏ, ਕਿਉਂਕਿ ਜਦੋਂ ਕਿਸਾਨ ਆਗੂ ਕਹਿੰਦੇ ਨੇ ਫਿਰ ਵੋਟ ਕਿਸ ਨੂੰ ਪਾਈ ਜਾਊਗੀ, ਕਿਹੜੀ ਪਾਰਟੀ ਨੂੰ ਪਾਈ ਜਾਊਗੀ, ਬੀਜੇਪੀ ਨੂੰ ਨਾ ਪਾਓ, ਹੋਰ ਪਾਰਟੀਆਂ ਨੂੰ ਜਿਨ੍ਹਾਂ ਨੂੰ ਮਰਜ਼ੀ ਪਾਓ। ਤੁਹਾਨੂੰ ਕੀ ਲੱਗਦਾ ਹੋਰ ਪਾਰਟੀਆਂ ਇਨਵੋਲਵ ਨੇ ਖੇਤੀ ਕਾਨੂੰਨਾਂ ਦੇ ਵਿੱਚ ਜਾਂ ਕੱਲੀ ਬੀਜੇਪੀ ਆ? ਇਹ ਤਾਂ ਸੰਯੁਕਤ ਮੋਰਚੇ ਦਾ ਫੈਸਲਾ ਹੋਊਗਾ ਜੀ ਵੀ ਵੋਟ ਕਿਹਨਾਂ ਨੂੰ ਪਾਉਣੀ ਆ, ਤੇ ਅਜੇ ਟਾਈਮ ਬਹੁਤ ਪਿਆ ਜੀ। ਹਾਂ, ਉਹ ਬਾਅਦ ਵਿੱਚ ਜਿਵੇਂ ਸੰਯੁਕਤ ਮੋਰਚੇ ਦਾ ਫੈਸਲਾ ਉਹ ਸਾਰੇ ਨਾਲ ਹੀ ਨੇਗੇ। ਹਾਂਜੀ ਹਾਂ। ਵੈਸੇ 23 ਨਵੰਬਰ ਦੀ ਜੋ ਰੈਲੀ ਹੋਣੀ ਆ, ਤੁਹਾਨੂੰ ਕੀ ਲੱਗਦਾ ਕਿੰਨਾ ਕੀ ਇਕੱਠ ਹੋਣਾ, ਕਿਵੇਂ ਦੀ ਰੈਲੀ ਹੋਣੀ ਆ? ਇੱਥੇ ਕੋਈ ਕਾਫਲਾ ਵੀ ਕੱਢਿਆ ਜਾਣਾ ਜਾਂ ਕਿਵੇਂ ਦੀ ਰੈਲੀ ਹੋਊਗੀ ਇਹ? ਕਾਫਲਾ ਵੀ ਕੱਢਿਆ ਜਾਣਾ ਜੀ, ਤੇ ਰੈਲੀ ਮੇਰੀ ਤਾਂ ਮਨ ਦੀ ਇੱਛਾ ਵੀ ਅਨਾਜ ਮੰਡੀ ਵਿੱਚ ਹੋਵੇ, ਪਰ ਉੱਥੇ ਫਸਲ ਪਈ ਆ, ਜੇ ਚੱਕੀ ਗਈ ਤਾਂ ਅਨਾਜ ਮੰਡੀ ਦੇ ਵਿੱਚ ਹੀ ਹੋਊਗੀ। ਹਾਂਜੀ। ਵੈਸੇ ਕਿੰਨਾ ਕੁ ਇਕੱਠ ਹੋਣਾ ਦਾ ਅਨੁਮਾਨ ਆ ਤੁਹਾਨੂੰ? ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਊਗਾ ਜੀ। ਹਾਂਜੀ। ਤੇ ਬਾਕੀ ਕਿਵੇਂ ਤੁਸੀਂ ਕੇਂਦਰ ਸਰਕਾਰ ਨੂੰ ਕੀ ਕਹੋਗੇ? ਜਿਵੇਂ ਹੁਣ ਤੱਕ ਕਿਸਾਨੀ ਸੰਘਰਸ਼ ਲਗਾਤਾਰ ਚੱਲ ਰਿਹਾ, ਕਿਸਾਨ ਬਾਰਡਰਾਂ ਤੇ ਬੈਠੇ ਨੇ ਪਰ ਚੁੱਪਚਾਪ ਆ ਕੇਂਦਰ ਸਰਕਾਰ, ਕੀ ਸੁਝਾਅ ਦੇਵੋਗੇ? ਕੇਂਦਰ ਸਰਕਾਰ ਨੂੰ ਇਹੀ ਕਹਾਂਗੇ ਜੀ, ਕਾਨੂੰਨ ਰੱਦ ਕਰੋ ਤੇ ਜਿੰਨੀਆਂ ਹੋਰ ਵੀ ਕਿਸਾਨਾਂ ਦੀਆਂ ਕੋਈ ਮੰਗਾਂ ਨੇ ਇਹ ਸਾਰੀਆਂ ਪੂਰੀਆਂ ਕਰੋ। ਤੇ ਮੇਰੀ ਤਾਂ ਮਨ ਦੀ ਇੱਛਾ ਵੀ ਇਹ ਇਲੈਕਸ਼ਨ ਲੜਨ, ਤਾਂ ਕਿ ਜਿਹੜੇ ਵੱਡੇ ਲੀਡਰ ਨੇ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ। ਜੋ ਇਹਨਾਂ ਨੇ ਗਲਤੀਆਂ ਕੀਤੀਆਂ ਨੇ, ਜਿੰਨਾ ਕਰਕੇ ਉੱਥੇ ਬੈਠੇ ਨੇ, ਇਹਨਾਂ ਨੂੰ ਕੀ ਲੋੜ ਪਈ ਸੀ ਦਿੱਲੀ ਜਾਣ ਦੀ, ਇਹੀ ਲੈ ਕੇ ਗਏ ਨੇਗੇ। ਹਾਂ, ਜੇ ਇਲੈਕਸ਼ਨ ਲੜਨਗੇ ਉਹਨਾਂ ਨੂੰ ਉੱਥੋਂ ਕੱਢਣ, ਇਹ ਦਿੱਲੀ ਦੇ ਵਿੱਚ ਇਹ ਜਾਣ ਐਮਪੀ ਬਣ ਕੇ। ਬਿਲਕੁਲ। ਪਰ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਅਸੀਂ ਕਿਸਾਨਾਂ ਨਾਲ ਆ, ਅਸੀਂ ਕਿਸਾਨਾਂ ਨਾਲ ਆ। ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹ ਵੀ ਕਹਿ ਰਹੇ ਨੇ ਕਿ ਸਾਡੀ ਕਿਸਾਨਾਂ ਦੀ ਪਾਰਟੀ ਆ, ਅਸੀਂ ਕਿਸਾਨਾਂ ਨਾਲ। ਕਾਂਗਰਸ, ਆਮ ਆਦਮੀ ਪਾਰਟੀ, ਸਾਰੀਆਂ ਪਾਰਟੀਆਂ ਇਹੀ ਕਹਿ ਰਹੀਆਂ ਨੇ ਤਾਂ ਕਿਸਾਨਾਂ ਨਾਲ। ਜੇ ਕਿਸਾਨਾਂ ਨਾਲ ਉਹ ਹੈਗੇ ਸੀਗੇ, ਫਿਰ ਕਿਸਾਨ ਉੱਥੇ ਕਿਉਂ ਬੈਠੇ ਨਹੀਂ ਧਰਨਿਆਂ ਤੇ? ਉਹਨਾਂ ਦੀ ਦੇਣ ਆ ਨਾ ਇਹ। ਹਾਂਜੀ। ਅੱਛਾ, ਜਾਨੀ ਕਿ ਡਰਾਮੇਬਾਜ਼ੀ ਹੋ ਰਹੀ ਹੈ ਸਾਰੀ? ਇਹ ਸਾਰੀ ਡਰਾਮੇਬਾਜ਼ੀ ਹੈ ਜੀ, ਇਹ ਆਪਣਾ ਆਪਣਾ ਹਰੇਕ ਬੰਦਾ ਠੀਕ ਦੇਖਦਾ ਜੀ। ਹਾਂਜੀ। ਆਉਣ ਵਾਲੀ ਇਲੈਕਸ਼ਨ ਚਲੋ ਆ ਰਹੀ ਆ, ਜੇ ਜਿਵੇਂ ਚੜੂਨੀ ਸਾਹਿਬ ਆਪਣੀ ਪਾਰਟੀ ਬਣਾ ਰਹੇ ਨੇ, ਤੁਸੀਂ ਕੀ ਕਿਸਾਨਾਂ ਨੂੰ ਵੀ ਕੀ ਕਹਿਣਾ ਚਾਹੋਗੇ ਕਿ ਵੋਟ ਕਿਹਨਾਂ ਨੂੰ ਪਾਈ ਜਾਵੇ? ਕਿਵੇਂ ਕੀ ਗੱਲਬਾਤ? ਜੇ ਕਿਸਾਨ ਉਤਰਦੇ ਨੇ ਵੋਟਾਂ 'ਚ ਤਾਂ ਕਿਸਾਨਾਂ ਨੂੰ ਵੋਟ ਪੈਣੀ ਚਾਹੀਦੀ ਹੈ? ਮੈਂ ਕਿਸਾਨਾਂ ਨੂੰ ਵੀ ਤੇ ਹਰ ਪਾਰਟੀ ਦੇ ਵਰਕਰ ਨੂੰ ਵੀ ਬੇਨਤੀ ਕਰੂੰ, ਚਾਹੇ ਉਹ ਵਪਾਰੀ ਆ, ਚਾਹੇ ਉਹ ਜ਼ਿਮੀਂਦਾਰ ਆ, ਚਾਹੇ ਮਜ਼ਦੂਰ ਹੈਗਾ, ਉਹ ਇਹ ਜਿਹੜਾ ਆਪਣਾ ਪੰਜਾਬ ਦਾ ਸਿਸਟਮ ਆ ਸਾਰਾ ਖੇਤੀ 'ਤੇ ਨਿਰਭਰ ਆ। ਇਹ ਪਾਰਟੀਆਂ ਦੀ ਲੜਾਈ ਨਹੀਂ, ਇਹ ਇੱਕ ਜ਼ਮੀਨ ਦੀ ਲੜਾਈ ਆ। ਹੁਣ ਜੇ ਜ਼ਮੀਨ ਬਚਾਉਣੀ ਆ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤੇ ਸਾਰੀਆਂ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰਦਾਗਾ, ਇਹ ਮੇਰੀ ਨਿੱਜੀ ਰਾਏ ਹੈਗੀ ਵੀ ਇਕੱਠੇ ਹੋਵੋ, ਇਕੱਠੇ ਹੋ ਕੇ ਰਲ ਕੇ ਲੜਾਈ ਲੜੋ ਇਹ। ਹਾਂਜੀ। ਬਿਲਕੁਲ। ਵੈਸੇ ਗੱਲ ਪੰਜਾਬ 'ਚ ਇਹ ਸਾਹਮਣੇ ਆ ਰਹੀ ਸੀ ਕਿ ਰਵਾਇਤੀ ਪਾਰਟੀਆਂ ਨੂੰ ਛੱਡੋ ਜੀ, ਆਮ ਆਦਮੀ ਪਾਰਟੀ ਨੂੰ ਜਿਤਾਓ, ਕਿਉਂਕਿ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ। ਗੱਲਾਂ ਬਾਤਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਰਵਾਇਤੀ ਪਾਰਟੀਆਂ ਨੇ ਕੁਝ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ? ਜਿਵੇਂ ਪਹਿਲਾਂ ਅਲਟਰਨੇਟਿਵ ਇਹ ਲੱਗਦਾ ਸੀ ਕਿ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਲੋਕ ਵੋਟਾਂ ਪਾਉਣ ਜਾਂ ਦੂਜੀ ਪਾਰਟੀ ਨੂੰ ਪਾਉਣ, ਆਮ ਆਦਮੀ ਪਾਰਟੀ 'ਤੇ ਕਿੰਨਾ ਕੁ ਯਕੀਨ ਆ ਤੁਹਾਨੂੰ? ਆਮ ਆਦਮੀ ਪਾਰਟੀ ਦਾ ਦੇਖ ਹੀ ਲਿਆ, ਐਮਐਲਏ ਤਾਂ ਕੋਈ ਖੜਦਾ ਨਹੀਂ ਜੀ ਉਹਨਾਂ ਕੋਲੇ। ਜੇ ਕਮੀਆਂ ਨੇ ਤਾਂ ਹੀ ਨਹੀਂ ਕੋਈ ਰਹਿੰਦਾ। ਪਾਰਟੀਆਂ ਤਾਂ ਹੋਰ ਵੀ ਕਿੰਨੇ ਸਾਲ ਹੋ ਗਏ ਦੇਖਦੇ ਨੂੰ ਚੱਲਦੀਆਂ ਨੂੰ। ਹਾਂਜੀ। ਪਹਿਲਾਂ ਐਮਪੀ ਲੜੇ, ਉਹ ਨਹੀਂ ਇਹਨਾਂ ਤੋਂ ਟਿਕੇ, ਐਮਐਲਏ ਨੇ ਉਹ ਨਹੀਂ ਟਿਕ ਰਹੇ ਜੀ, ਦਿਨੋਂ ਦਿਨ ਜਾਈ ਜਾ ਰਹੇ ਨੇਗੇ। ਇਹਦਾ ਮਤਲਬ ਪਾਰਟੀ ਦੇ ਵਿੱਚ ਕੋਈ ਕਮੀ ਆ। ਹਾਂਜੀ। ਰੁਪਿੰਦਰ ਰੂਬੀ ਤਾਜੇ ਗਏ ਨੇ, ਜਗਤਾਰ ਜੱਗਾ ਤਾਜੇ ਗਏ ਨੇ, ਕੀ ਲੱਗਦਾ ਤੁਹਾਨੂੰ? ਜਾਨੀ ਕਿ ਸੰਤੁਸ਼ਟ ਐਮਐਲਏ ਨਹੀਂ ਹੈਗੇ ਇਹਨਾਂ 'ਚ? ਕਦੋਂ ਵੀ ਬੰਦਾ ਜੀ ਕਿਸੇ ਨੂੰ ਛੱਡ ਕੇ ਜਾਂਦਾ, ਉਹ ਜਲੀਲ ਹੋ ਕੇ ਛੱਡ ਕੇ ਜਾਂਦਾ। ਹਾਂਜੀ, ਜਿੱਥੋਂ ਤੱਕ ਮੈਨੂੰ ਲੱਗਦਾ ਜੀ। ਤੁਹਾਨੂੰ ਕੀ ਲੱਗਦਾ ਭਵਾਨੀਗੜ੍ਹ 'ਚ ਗੁਰਨਾਮ ਚੜੂਨੀ ਵੱਡੀ ਰੈਲੀ ਕਰ ਰਹੇ ਨੇ, ਇਹਦੇ ਵਿੱਚ ਕੋਈ ਹਲਕਾ ਇੰਚਾਰਜ ਦਾ ਵੀ ਐਲਾਨ ਹੋ ਸਕਦਾ? ਜਿਵੇਂ ਪਹਿਲਾਂ ਸਮਾਣੇ ਤੋਂ ਹਲਕਾ ਇੰਚਾਰਜ ਦਾ ਐਲਾਨ ਕਰਕੇ ਗਏ ਨੇ, ਜਾਂ ਅੰਮ੍ਰਿਤਸਰ ਤੋਂ ਕਰਿਆ, ਹੋਰ ਮਤਲਬ ਜੋ ਵੀ ਵਿਧਾਨ ਸਭਾ ਸੀਟਾਂ ਨੇ ਉੱਥੇ ਲਗਾਤਾਰ ਹੋ ਰਹੇ ਨੇ। ਕੀ ਲੱਗਦਾ, ਅਨੁਮਾਨ ਕੀ ਹੈ ਤੁਹਾਡਾ? ਇਹ ਤਾਂ ਜੀ ਉਹਨਾਂ ਦੇ ਆਇਆਂ ਤੋਂ ਹੀ ਪਤਾ ਲੱਗੂ, ਮੈਨੂੰ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਜੀ। ਹਾਂਜੀ। ਜਾਨੀ ਕਿ ਬਸ ਤੁਸੀਂ ਤਾਂ ਵੱਡੀ ਰੈਲੀ ਦਾ ਇੱਕ ਪ੍ਰਬੰਧ ਕਰ ਰਹੇ ਹੋ ਪੂਰਾ? ਮੈਂ ਤਾਂ ਸੇਵਾ ਕਰ ਰਿਹਾ ਜੀ ਇੱਕ। ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਜਾ ਕੇ ਵੀ ਕਰਕੇ ਆਇਆ, ਤੇ ਹੁਣ ਉਰੇ ਆ ਰਹੇ ਨੇ, ਮੈਂ ਉਰੇ ਵੀ ਕਰੂੰਗਾ ਜੀ। ਹਾਂਜੀ। ਬਿਲਕੁਲ। ਵੈਸੇ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਤੁਸੀਂ ਕਾਂਗਰਸ ਪਾਰਟੀ ਨਾਲ ਟੱਚ ਸੀ, ਕਾਂਗਰਸ ਪਾਰਟੀ 'ਚ ਹੈਗੇ ਸੀ, ਉਹਨਾਂ ਦੀ ਰੈਲੀਆਂ 'ਚ ਵੀ ਦੇਖਣ ਨੂੰ ਤੁਸੀਂ ਮਿਲਿਓ। ਕੀ ਲੱਗਦਾ ਤੁਹਾਨੂੰ ਹੁਣ ਕਾਂਗਰਸ ਪਾਰਟੀ ਤੁਸੀਂ ਛੱਡ ਕੇ ਜੇ ਇੱਧਰੋਂ ਚੜੂਨੀ ਸਾਹਿਬ ਦੀ ਪਾਰਟੀ ਬਣਦੀ ਆ ਤਾਂ ਸਾਥ ਦੇਵੋਗੇ ਉਹਨਾਂ ਦੀ ਪਾਰਟੀ? ਪਾਰਟੀ ਤੋਂ ਪਹਿਲਾਂ ਹੀ ਮੈਂ ਜ਼ਿਮੀਂਦਾਰ ਹਾਂ ਜੀ। ਮੈਂ ਸਾਰੇ ਪਾਰਟੀਆਂ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ, ਪਹਿਲਾਂ ਤੁਸੀਂ ਜ਼ਿਮੀਂਦਾਰ ਹੋ, ਉਦੋਂ ਬਾਅਦ ਇਹ ਪਾਰਟੀਆਂ ਨੇ, ਇਹੀ ਪਾਰਟੀਆਂ ਕਰਕੇ ਤੁਸੀਂ ਦਿੱਲੀ ਗਏ ਹੋਗੇ। ਜਾਨੀ ਕਿ ਇੱਕ ਕਿਸਾਨ ਹੋਣ ਦੇ ਨਾਂ ਤੇ ਤੁਸੀਂ ਪਹਿਲਾਂ ਇੱਧਰੋਂ ਚੜੂਨੀ ਸਾਹਿਬ ਦੇ ਨਾਲ ਲਾ ਲਓ ਜਾਂ ਇਹ ਪਾਰਟੀ ਦੇ ਨਾਲ? ਮੈਂ
ਕਿਸਾਨੀ ਝੰਡੇ ਦੇ ਹੇਠਾਂ ਜੀ ਹੁਣ। ਠੀਕ ਹੈ, ਹਾਂਜੀ ਠੀਕ ਹੈ। ਜਾਣੀ ਕਿ ਕਿਸਾਨੀ ਝੰਡੇ ਦੇ ਹੇਠਾਂ ਰਹੋਗੇ, ਜਿਵੇਂ ਵੀ ਜਿੱਧਰ ਨੂੰ ਗੱਲ ਗਈ ਤਾਂ ਉਧਰ ਨੂੰ ਨਾਲ ਜਾਵੋਗੇ। ਜਿੱਥੇ ਕਹਿਣਗੇ ਜੀ ਉੱਥੇ ਹੀ ਜਾਵਾਂਗੇ। ਠੀਕ ਹੈ, ਹਾਂਜੀ ਬਿਲਕੁਲ ਜੀ। ਸੋ ਨੌਜਵਾਨ ਆਗੂਆਂ ਦੀ ਜੇ ਗੱਲ ਕਰੀਏ, ਕਿਤੇ ਨਾ ਕਿਤੇ ਕਿਸਾਨੀ ਝੰਡੇ ਹੁਣ ਪਿਛਲੇ 1 ਸਾਲ ਤੋਂ ਆਪਾਂ ਦੇਖਦੇ ਹਾਂ ਕਿ ਕਾਰਾਂ ਤੇ ਕਿਸਾਨੀ ਝੰਡੇ ਲੱਗੇ ਹੋਏ ਨੇ, ਟਰੈਕਟਰਾਂ ਤੇ ਲੱਗੇ ਹੋਏ ਨੇ। ਪੂਰੇ ਕਿਸਾਨੀ ਝੰਡੇ ਦੇ ਨਾਲ ਹੀ ਕਿਸਾਨ ਆਗੂ ਵੀ ਚੱਲ ਰਹੇ ਨੇ, ਨੌਜਵਾਨ ਵੀ ਚੱਲ ਰਹੇ ਨੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ 23 ਨਵੰਬਰ ਨੂੰ ਵੱਡੀ ਰੈਲੀ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਵਿੱਚ ਹੋਣ ਵਾਲੀ ਆ। ਹਜ਼ਾਰਾਂ ਦਾ ਇਕੱਠ ਹੋਵੇਗਾ। ਗੁਰਨਾਮ ਸਿੰਘ ਚੜੂਨੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ। ਕੀ ਕਰਨਗੇ, ਕਿਵੇਂ ਦਾ ਐਲਾਨ ਕਰਨਗੇ, ਕੀ ਉਹਨਾਂ ਨੇ ਹੋਕਾ ਦੇਣਾ, ਤੇ ਹੁਣ ਦੇਖਣਾ ਹੋਵੇਗਾ ਕਿ ਹਲਕਾ ਸੰਗਰੂਰ 'ਚ ਪੈਂਦਾ ਭਵਾਨੀਗੜ੍ਹ, ਇੱਥੇ ਜਦੋਂ ਵੱਡੀ ਰੈਲੀ ਹੋਵੇਗੀ ਤਾਂ ਇੱਥੇ ਹਲਕਾ ਇੰਚਾਰਜ ਅਨਾਉਂਸ ਹੋਵੇਗਾ ਜਾਂ ਨਹੀਂ। ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।